ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 10 ਮਾਰਚ 2016 27 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜਾ ਵਿਸ਼ਾ ਵਿਚਾਰ ਚਰਚਾ 'ਚ ਹੈ ਉਹ ਪੰਜਾਬੀ 'ਚ ਕਹਿੰਦੇ ਨੇ ਧੋਬੀ ਪਟੜਾ ਮਾਰਨਾ ਜੀ, ਤੇ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਕਿਲ 2 ਬਰਡਸ ਵਿਦ 1 ਸਟੋਨ ਜੀ, ਕਿ ਇੱਕ ਪੱਥਰ ਨਾਲ 2 ਪੰਛੀ ਮਾਰਨਾ। ਪਰ ਉਹਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਜਿਹੜਾ ਐਕਨੋਲੇਜ ਕਰਨਾ ਚਾਹਾਂਗਾ ਕਿ ਅੱਜ ਸਾਡੇ ਸਟੂਡੀਓ ਵਿੱਚ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਤੋਂ ਵੀਰ ਸ਼ਰਨਜੀਤ ਸਿੰਘ ਆਏ ਹੋਏ ਨੇ ਜੀ, ਔਰ ਇਹ ਸਾਡੇ ਬੜੇ ਪਿਆਰੇ ਦਰਸ਼ਕ ਨੇ, ਸਰੋਤੇ ਨੇ, ਕਿਉਂਕਿ ਜਦੋਂ ਇਹ ਵੀਡੀਓ YouTube ਜਾਂ ਲਾਈਵ ਨਹੀਂ ਵੀ ਦੇਖ ਸਕਦੇ, ਸੁਣਦੇ ਨੇ। ਔਰ ਜੇ ਸਾਰੇ ਪੀਰੀਅਡ 'ਚ 3 ਸਾਲ ਦੇ ਸਮੇਂ 'ਚ ਸਭ ਤੋਂ ਜ਼ਿਆਦਾ ਈਮੇਲਸ ਔਰ ਉਹਨੂੰ ਬੜੇ ਸਿਸਟਮੈਟਿਕ ਅੰਦਾਜ਼ 'ਚ 50 ਤੋਂ ਜ਼ਿਆਦਾ ਇਹਨਾਂ ਦੀਆਂ ਲਿਖਤਾਂ ਜਿਹੜੀਆਂ ਸਾਡੇ ਕੋਲ ਮਹਿਫੂਜ਼ ਨੇ, ਜਿਹਦੇ 'ਚ ਬਹੁਤ ਕ੍ਰੀਏਟਿਵ ਸੋਚ ਦੇ ਨਾਲ ਕਿਵੇਂ ਕਿ ਅਸੀਂ ਆਪਣੀ ਗੱਲ ਨੂੰ ਅੱਗੇ ਲਿਜਾ ਸਕਦੇ ਹਾਂ, ਇਹਨਾਂ ਨੇ ਵਿਚਾਰ ਦਿੱਤੇ ਨੇ। ਸੋ ਉਹ ਅੱਜ ਚੇਚਾ ਸਾਨੂੰ ਮਿਲਣ ਦੇ ਲਈ ਟੀਵੀ 84 ਦੀ ਟੀਮ ਦੇ ਨਾਲ ਸਵੇਰ ਤੋਂ ਹੀ ਮੌਜੂਦ ਨੇ। ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ ਇਸ ਪਬਲਿਕ ਫੋਰਮ ਤੋਂ ਵੀ ਜੀ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ 'ਚ, ਹਾਲਾਂਕਿ ਅਸੀਂ ਸਾਡੀ ਪਹਿਲੀ ਜਾਂ ਪਲੇਠੀ ਗੈਦਰਿੰਗ ਤਾਂ ਜਿਹੜੀ ਹੈ 26 ਤਰੀਕ ਨੂੰ ਹੈ, ਲੇਕਿਨ ਜੋ ਹੀ ਕੁਝ ਹੋਰ ਸਮਾਂ ਪਿਆ ਕਿ ਅਸੀਂ ਇੱਕ ਅੱਧਾ ਇਕੱਠ ਜਿਹੜੇ ਸਾਡੇ ਰੈਗੂਲਰ ਵਿਊਅਰਸ ਨੇ ਜਾਂ ਸਰੋਤੇ ਨੇ ਉਹਨਾਂ ਦੇ ਨਾਲ ਕੋਈ ਪ੍ਰੀਤ ਮਿਲਣੀ ਦੇ ਨਾਂ ਥੱਲੇ ਜਾਂ ਕਿਸੇ ਹੋਰ ਭਾਵੇਂ ਗਿਆਨ ਮਿਲਣੀ ਕਹਿ ਦਈਏ ਉਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਉਹਨਾਂ ਸਾਰਿਆਂ ਨੂੰ ਅਸੀਂ ਇੱਕ ਛੱਤ ਦੇ ਥੱਲੇ ਇਕੱਠੇ ਹੋ ਕੇ ਮਿਲ ਸਕੀਏ। ਔਰ ਅਸੀਂ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਦੇਖੋ, ਜਦੋਂ ਦਾ SYL ਇਸ਼ੂ ਸੁਪਰੀਮ ਕੋਰਟ ਦੇ ਵਿੱਚ ਆਇਆ ਔਰ ਜ਼ਾਹਰ ਹੈ ਕਿ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਉਸ ਦਿਨ ਤੋਂ ਬਾਅਦ ਦਾ ਚਿਹਰਾ ਦੇਖੋ, ਬੇਸ਼ੱਕ ਬਹੁਤ ਸਾਰੇ ਟੌਨਿਕਾਂ ਤੇ ਹੋਰ ਖਾ ਕੇ ਵੀ ਚਿਹਰਾ ਲਾਲ ਕਰਦੇ ਨੇ, ਉਹ ਦਾੜੀ ਨੂੰ ਕਾਲੀ ਰੱਖਣ ਲਈ ਤਾਂ ਰੋਜ਼ਾਨਾ ਕੂਚੀ ਮਾਰਨੀ ਪੈਂਦੀ ਹੈ, ਪਰ ਉਹਦੇ ਤੇ ਬੜੀਆਂ ਲਾਲੀਆਂ ਆਈਆਂ ਸੀ। 3 ਵੇਲੇ ਦੇ ਬਿਆਨ ਵੀ ਅਸੀਂ ਚੱਕ ਦੇਾਂਗੇ, ਅਸੀਂ ਇਹ ਕਰ ਦੇਾਂਗੇ, ਕਿਉਂਕਿ 2004 ਦਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਅਸੀਂ ਪਾਸ ਕੀਤਾ ਸੀ ਜੀ। ਔਰ ਹੁਣ ਜਿਹੜਾ ਇਹ ਅਕਾਲੀ ਕੀ ਕਰਨਗੇ, ਹਰ ਇੱਕ ਨੂੰ ਲੱਗਦਾ ਸੀ ਕਿ ਵੀ ਬਾਦਲ ਹੈਜ਼ ਬੀਨ ਕਾਰਨਰਡ, ਕਿ ਵੀ ਉਹਨੂੰ ਖੂੰਜੇ ਲਾ ਦਿੱਤਾ, ਕਿਉਂਕਿ ਐਨ ਚੋਣਾਂ ਤੋਂ ਪਹਿਲੇ ਜਿਹੜਾ ਇਸ ਕਿਸਮ ਦੀ ਕੋਈ ਵੀ ਗੱਲ ਆਣੀ। ਔਰ ਜ਼ਾਹਰ ਹੈ ਕਿ ਸਭ ਤੋਂ ਵੱਡਾ ਸੈਟਬੈਕ ਸੀ ਬਾਦਲ ਲਈ ਜਦੋਂ ਕਿ ਸੈਂਟਰ ਗਵਰਨਮੈਂਟ ਦੇ ਸੋਲਿਸਿਟਰ ਜਨਰਲ ਰਣਜੀਤ ਕੁਮਾਰ ਨੇ SYL ਕੇਸ 'ਚ ਸੁਪਰੀਮ ਕੋਰਟ ਦੇ ਵਿੱਚ ਖਲੋ ਕੇ ਕਿਹਾ ਕਿ ਅਸੀਂ ਹਰਿਆਣੇ ਦੀ ਸਪੋਰਟ ਕਰਦੇ ਹਾਂ, ਔਰ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਕਿ ਸਤਲੁਜ ਯਮੁਨਾ ਲਿੰਕ ਨਹਿਰ ਬਣਾਈ ਜਾਣੀ ਚਾਹੀਦੀ ਹੈ, ਉਹ ਜ਼ਰੂਰ ਬਣਨੀ ਚਾਹੀਦੀ। ਔਰ ਇੱਕ ਵਾਰ ਨਹੀਂ 2 ਵਾਰ ਉਹਨਾਂ ਨੇ ਸਕਸੈਸਿਵ, ਇਹਦੇ ਬਾਵਜੂਦ ਕਿ ਬਾਦਲ ਨੇ BJP ਦੀ ਟੀਮ ਨੂੰ ਭੇਜਿਆ, ਪਰ ਸਾਨੂੰ ਤਾਂ ਆਲਰੇਡੀ ਇਹ ਕਲੀਅਰ ਹੈ ਕਿ ਇਹ ਇਵੇਂ ਹੀ ਹੈ ਜਿਵੇਂ ਬੱਕਰਾ ਜਿਹੜਾ ਹੈ ਉਹ ਕਸਾਈ ਨੂੰ ਕਹੇ ਕਿ ਵੀ ਤੂੰ ਮੇਰੇ ਤੇ ਦਇਆ ਕਰ ਜੀ। ਔਰ ਇੱਕ ਗੱਲ ਜਿਹੜੀ ਅੱਜ ਦਿਨੇ ਵਿਚਾਰ ਦੇ ਦੌਰਾਨ ਵੀ ਵੀਰ ਸ਼ਰਨਜੀਤ ਸਿੰਘ ਹੋਰਾਂ ਨਾਲ ਸਾਹਮਣੇ ਆ ਰਹੀ ਸੀ, ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕਹੀ। ਉਹਨਾਂ ਨੇ ਕਿਹਾ ਕਿ ਜਿਹੜੀ ਦਇਆ ਹੁੰਦੀ ਹੈ, ਮਰਸੀ ਹੁੰਦੀ ਹੈ, ਇਹਦਾ ਸੰਬੰਧ ਐਮੋਸ਼ਨ ਨਾਲ ਹੁੰਦਾ, ਜਜ਼ਬਾਤ ਨਾਲ ਹੁੰਦਾ। ਤੇ ਸਿਆਸੀ ਦੁਨੀਆ 'ਚ ਜਦੋਂ ਸਿਆਸੀ ਫੈਸਲੇ ਲਏ ਜਾਂਦੇ ਨੇ, ਫਿਰ ਉੱਥੇ ਨਾ ਐਮੋਸ਼ਨ ਦੀ ਥਾਂ ਹੁੰਦੀ ਹੈ, ਤੇ ਜੇ ਐਮੋਸ਼ਨ ਹੀ ਨਹੀਂ ਹੈ ਤਾਂ ਉਹਦੇ 'ਚ ਕੋਈ ਮਰਸੀ ਦੀ ਜਾਂ ਦਇਆ ਦੀ ਥਾਂ ਨਹੀਂ ਹੁੰਦੀ ਜੀ। ਔਰ ਮੈਂ ਇਸ ਗੱਲ ਨੂੰ ਇੱਕ ਇਸੇ ਹੀ ਅੰਦਾਜ਼ 'ਚ ਫਿਰ ਦੁਹਰਾਉਣਾ ਚਾਹੁੰਦਾ ਕਿ ਅਨਫੋਰਚੂਨੇਟਲੀ ਮੰਦੇ ਭਾਗਾਂ ਨੂੰ ਅਸੀਂ 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਆਪਣਾ ਕੇਸ ਬਿਲਡ ਕਰਨ ਦੀ ਗੱਲ ਕਰਦੇ ਹਾਂ, 2 ਚੀਜ਼ਾਂ ਦੇ ਉੱਤੇ ਸਾਡਾ ਬਹੁਤ ਜ਼ੋਰ ਹੁੰਦਾ। ਇੱਕ ਤਾਂ ਆਪਣੀਆਂ ਕੁਰਬਾਨੀਆਂ ਅਸੀਂ ਗਿਣਾਉਂਦੇ ਹਾਂ ਕਿ ਜੀ ਇੰਨੇ ਫਾਂਸੀ ਤੇ ਚੜ੍ਹੇ, 109, ਉਹਦੇ 'ਚੋਂ 93 ਸਿੱਖ, ਇੰਨੇ ਜੇਲ੍ਹਾਂ 'ਚ ਗਏ, ਉਹਨਾਂ 'ਚੋਂ ਇੰਨੇ ਸਿੱਖ। ਤਾਂ ਇੱਥੇ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਇੱਥੇ ਆਏ ਇੱਕ ਵਾਰ ਸਾਡੇ ਸਟੂਡੀਓ ਪਿਛਲੇ ਸਾਲ ਜੀ, ਤਾਂ ਉਹਨਾਂ ਨੇ ਇੰਟਰਵਿਊ 'ਚ ਇੱਕ ਬੜੀ ਸੋਹਣੀ ਗੱਲ ਕਹੀ।
ਉਹ ਕਹਿੰਦੇ ਉਹ ਤਾਂ ਇਵੇਂ ਹੀ ਹੈ ਜਿਹੜਾ ਜਦੋਂ ਜਿਵੇਂ ਕਿ ਤੁਹਾਡਾ ਕੰਮ ਆ ਇਹ ਤੁਹਾਨੂੰ ਕਹਿ ਰਿਹਾ ਹੋਏ ਕਿ ਸਰਦਾਰਾ ਤੇਰੇ ਮੈਂ ਬੜੇ ਪੱਠੇ ਪਾਏ, ਮੈਂ ਤੇਰੇ ਲਈ ਆਹ ਕੀਤਾ ਤੇ ਮੈਨੂੰ ਹੁਣ ਤੂੰ ਇੰਨੇ ਦਿਨ ਦੀ ਛੁੱਟੀ ਦੇ ਦੇ ਜੀ। ਸੋ ਅਸੀਂ ਜਦੋਂ ਕੁਰਬਾਨੀਆਂ ਦੀ ਗੱਲ ਕਰ ਰਹੇ ਹੁੰਦੇ ਆ ਔਰ ਉਹਨਾਂ ਅੱਗੇ ਕਰ ਰਹੇ ਹੁੰਦੇ ਆ ਜਿਹੜੇ ਜੇਤੂ ਅੰਦਾਜ਼ ਖੜੇ ਨੇ ਸਾਹਮਣੇ, ਕਿ ਜਿਹੜੇ ਉਹ ਕਹਿੰਦੇ ਨੇ, ਜਿਵੇਂ ਮੈਂ ਪਿਆਰਾ ਸਿੰਘ ਨਿਰਛਲ ਦੀਆਂ ਲਾਈਨਾਂ ਦੁਹਰਾਉਂਦਾ ਹੁੰਦਾ ਹੈ ਕਿ ਵੀ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਔਰ ਦੂਸਰੀ ਗੱਲ ਜਿਹੜੀ ਬੜੀ ਅਹਿਮ ਹੈ ਕਿ ਵੀ ਅਸੀਂ ਦੋ ਵੇਲੇ ਦੀ ਅਰਦਾਸ 'ਚ ਦੋ ਚੀਜ਼ਾਂ ਮੰਗਦੇ, ਬਹੁਤ ਕੁਝ ਮੰਗਦੇ, ਪਰ ਜਿਹੜੀ ਹੁਣ ਦੀ ਡਿਸਕਸ਼ਨ 'ਚ ਹੈ ਕਿ ਜਦੋਂ ਅਸੀਂ ਕਹਿੰਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਹੁਣ ਭਰੋਸਾ ਦਾਨ ਤੇ ਵਸਾ ਦਾਨ, ਭਰੋਸਾ ਆਪਣੇ ਆਪ 'ਚ ਭਰੋਸਾ ਹੈ, ਸੈਲਫ ਕੌਨਫੀਡੈਂਸ ਹੈ ਕਿ ਵੀ ਸਾਨੂੰ ਆਪਣਾ ਫੈਸਲਾ ਆਪ ਲੈਣ ਦਾ ਭਰੋਸਾ ਦਿਓ ਜੀ, ਤੁਸੀਂ ਸਾਡੇ ਨਾਲ ਹੋ। ਅਕਾਲ ਪੁਰਖ ਅਸੀਂ ਅਖੀਰ 'ਚ ਵੀ ਮੰਗਦੇ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ, ਕਿ ਵੀ ਸਾਡਾ ਮਨ ਨੀਵਾਂ ਹੋਏ, ਹਿਊਮਿਲਿਟੀ ਹੋਏ ਸਾਡੇ, ਪਰ ਮਤ ਉੱਚੀ ਹੋਏ, ਇੰਟੈਲੈਕਚੁਅਲ ਸਫਿਸਟੀਕੇਸ਼ਨ ਜਾਂ ਸ਼ਾਰਪ ਇੰਟੈਲੈਕਟ ਜੀ। ਕਿਉਂਕਿ ਜੇ ਸ਼ਾਰਪ ਇੰਟੈਲੈਕਟ ਹੈ ਤੇ ਇਧਰ ਭਰੋਸਾ ਹੈ, ਭਰੋਸਾਦਾਨ ਜੇ ਤੁਸੀਂ ਉਹਨਾਂ ਨੂੰ ਮਿਲਾ ਕੇ ਦੇਖਦੇ ਹੋ, ਪਰ ਉਹਦੇ ਨਾਲ ਅਸੀਂ ਜਦੋਂ ਵਸਾਦਾਨ ਮੰਗਦੇ ਹਾਂ, ਵਸਾ ਹੈ ਟਰਸਟ, ਕਿ ਅਸੀਂ ਦੂਸਰੇ ਤੇ ਇਤਬਾਰ ਕਰ ਸਕੀਏ। ਮਾਝੇ ਦੇ ਵਿੱਚ ਜਦੋਂ ਕੋਈ ਦੋਸਤ ਕਿਸੇ ਦੇ ਨਾਲ ਦਗਾ ਕਰਦਾ ਹੈ ਤੇ ਉਹਦੇ ਲਈ ਇੱਕ ਐਕਸਪ੍ਰੈਸ਼ਨ ਇਸਤੇਮਾਲ ਹੁੰਦੀ ਹੈ ਕਿ ਫਲਾਣੇ ਨੇ ਵਸਾ ਕੇ ਮਾਰਿਆ ਜੀ। ਵਸਾ ਕੇ ਮਤਲਬ ਹੈ ਕਿ ਟਰਸਟ ਕ੍ਰੀਏਟ ਕੀਤਾ ਹੈ, ਪਰ ਅਸੀਂ ਤਾਂ ਮੰਗਦੇ ਹੀ ਹਾਂ ਕਿ ਭਾਈ ਵਸਾਦਾਨ ਅਕਾਲ ਪੁਰਖ ਤੋਂ ਕਿ ਸਾਨੂੰ ਟਰਸਟ ਕਰਨ ਦੀ ਹਿੰਮਤ ਦਿਓ। ਹੁਣ ਅਸੀਂ ਡੀਲ ਉਹਨਾਂ ਨਾਲ ਕਰ ਰਹੇ ਹਾਂ ਜਿਨ੍ਹਾਂ ਦਾ ਚਾਣਕਿਆ ਦੁਨੀਆ ਦੇ ਵਿੱਚ ਝੂਠ ਦਾ ਬਾਦਸ਼ਾਹ ਹੈ। ਮੈਕੀਆਵੈਲੀ ਦਾ 15ਵੀਂ ਸਦੀ 'ਚ ਹੋਇਆ, ਉਹਨੇ ਕੀ ਟੈਕਟਿਕਸ ਸਿਖਾਣੇ ਨੇ ਜਾਂ ਕੀ ਝੂਠ ਬੋਲਣੇ, ਜਾਂ ਗੋਇਬਲਸ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ 1930 'ਚ ਹੋਇਆ। ਤੁਸੀਂ ਅੱਜ ਵੀ ਚਾਣਕਿਆ ਦਾ ਅਰਥ ਸ਼ਾਸਤਰ, ਕੂਟਨੀਤੀ ਸ਼ਾਸਤਰ, ਉਸ ਸਾਰੇ ਨੂੰ ਦੇਖੋ ਤੇ ਬੰਦਾ ਲੱਗਦਾ ਹੈ ਵੀ ਇਸ ਕਦਰ ਬੇਈਮਾਨੀ, ਔਰ ਉਹ ਉਹਨੂੰ ਬੜੀ ਬੇਸ਼ਰਮੀ ਬੇਹਯਾਈ ਦੇ ਨਾਲ ਉਸ ਨੂੰ ਆਚਾਰੀਆ ਕਹਿੰਦੇ ਨੇ, ਉਸ ਦੇ ਉੱਤੇ ਸੀਰੀਅਲ ਬਣਾਏ ਹੋਏ ਨੇ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਮੈਂ ਅੱਗੇ ਵੀ ਸ਼ਾਇਦ ਕੋਟ ਕੀਤੀ ਕਿ ਕਿਸ ਤਰੀਕੇ ਨਾਲ ਨਿਊਯਾਰਕ ਟਾਈਮ ਦੀ ਬਾਰਬਰਾ ਕ੍ਰੋਸੈਟ ਜਿਹੜੀ ਜਰਨਲਿਸਟ ਰਹੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਪ੍ਰੋਫੈਸਰ ਸੀ ਜਰਨਲਿਜ਼ਮ ਦੀ, ਬਾਅਦ 'ਚ ਨਿਊਯਾਰਕ ਬਿਊਰੋ ਚੀਫ ਰਹੀ ਦਿੱਲੀ ਦੇ ਵਿੱਚ, ਨਵੰਬਰ 84 ਵੀ ਉਹਨੇ ਦੇਖਿਆ ਹੋਇਆ ਸੀ। ਉਹਨੇ ਕਿਤਾਬ ਲਿਖੀ ਹੈ ਇੰਡੀਆ ਇਨ ਦਾ 21st ਸੈਂਚੁਰੀ, ਔਰ ਉਹਨੇ ਚਾਣਕਿਆ ਦੀ ਗੱਲ ਕਰਦੇ ਇਹ ਗੱਲ ਕਹੀ, ਉਹਨੇ ਕਿਹਾ ਕਿ ਇਹ ਗੱਲ ਐਵੇਂ ਨਹੀਂ ਹੈ ਕਿ ਜਿੱਥੇ ਭਾਰਤ ਦੇ ਡਿਸੀਜਨ ਮੇਕਰ ਬੈਠਦੇ ਨੇ, ਜਿੱਥੇ ਉਹਨਾਂ ਦਾ ਸਾਊਥ ਬਲਾਕ ਹੈ, ਜਿੱਥੇ ਉਹਨਾਂ ਦਾ ਉਸ ਸੜਕ ਦਾ ਨਾਂ ਜਿਹੜਾ ਉਹ ਕੋਟਲੇ ਮਾਰਗ ਹੈ ਜੀ, ਔਰ ਉਸ ਇਲਾਕੇ ਦਾ ਨਾਂ ਚਾਣਕਿਆਪੁਰੀ ਹੈ। ਹੁਣ ਕੋਟਲੇ ਵੀ ਚਾਣਕਿਆ ਦਾ ਹੀ ਨਾਂ ਸੀ, ਉਹਦਾ ਓਰੀਜਨਲ ਨਾਂ ਵਿਸ਼ਨੂੰ ਗੁਪਤਾ ਕਿ ਕੀ ਹੈਗਾ, ਕਈ ਨਾਂ ਨੇ, ਪਰ ਹੁਣ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਨੇ ਤਾਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਕਿ ਉਹ ਚਾਣਕਿਆ ਦੀ ਆਈਡੀਓਲੋਜੀ 'ਚ ਯਕੀਨ ਰੱਖਦੇ ਨੇ, ਜਿਹੜਾ ਸਾਮਦਾਮ ਦੰਡ ਭੇਦ ਦੀ ਗੱਲ ਕਰਦਾ, ਜਿਹੜਾ ਬਾਦਸ਼ਾਹ ਹੈ ਝੂਠ ਦਾ। ਹੁਣ ਅਸੀਂ ਜਦੋਂ ਆਪਣਾ ਕੇਸ ਕਰਦੇ ਹਾਂ ਪੇਸ਼, ਅਸੀਂ ਕਹਿੰਦੇ ਹਾਂ ਜੀ ਵਾਅਦੇ, ਅਸੀਂ ਕਹਿੰਦੇ ਜੀ ਦੇਖੋ ਗਾਂਧੀ ਨੇ 1932 'ਚ ਸੀਸਗੰਜ ਇਹ ਵਾਅਦਾ ਕੀਤਾ, ਨਹਿਰੂ ਨੇ ਇਹ ਵਾਅਦਾ ਕੀਤਾ, ਫਲਾਣੇ ਨੇ ਇਹ ਵਾਅਦਾ ਕੀਤਾ, ਤੇ ਉਹ ਅੱਗੋਂ ਅੰਦਰੋਂ ਜਿਹੜਾ ਹੱਸ ਰਹੇ ਹੁੰਦੇ ਨੇ, ਬਾਹਰੋਂ ਖਚਰੀ ਮੁਸਕਰਾਹਟ ਹੁੰਦੀ ਹੈ। ਤੇ ਜਿਵੇਂ ਨਹਿਰੂ ਨੇ ਇਹ ਕਿਹਾ ਸੀ ਵਾਅਦਾ ਖਿਲਾਫੀ ਦੀ ਸਿਖਰ ਦਾ ਸ਼ੇਰ ਸੁਣਾ ਕੇ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ। ਉਹਨਾਂ ਨੇ ਕਿਹਾ ਜੀ ਇਹ ਤਾਂ ਅਸੀਂ ਤਾਂ 100 ਮੂੰਹਾਂ ਵਾਲੀ ਗੱਲ ਕਰਦੇ ਹਾਂ, ਅਸੀਂ ਤਾਂ ਹਾਲਾਂਕਿ ਸਾਡੇ ਪੰਜਾਬੀ 'ਚ ਇੱਕ ਕਲਾਸ ਤਾਂ ਹੋਣੀ ਹੈ ਜਿਹੜੀ ਡਬਲ ਗੱਲ ਕਰਦੀ ਹੋਣੀ ਹੈ, ਤੇ ਉਹਦੇ ਲਈ ਅਸੀਂ ਤਾਂ ਸ਼ਬਦ ਇਹ ਘੜਿਆ ਦੋ ਮੂੰਹਾਂ ਸੱਪ। ਇੱਕ ਸੱਪ ਹੁੰਦਾ ਸਨੇਕ ਜਿਹਦੇ ਦੋ ਮੂੰਹ ਹੁੰਦੇ ਨੇ, ਕੋਈ ਜੈਨੇਟਿਕ ਡਿਫੈਕਟ ਹੁੰਦਾ ਹੋਣਾ ਜਾਂ ਕੋਈ ਪਤਾ ਨਹੀਂ ਨਸਲ ਹੀ ਹੁੰਦੀ ਹੋਣੀ। ਅਸੀਂ ਤਾਂ ਜਿਹੜਾ ਦੋ ਬਾਜਰੀ ਗੱਲ ਕਰੇ ਜਾਂ ਦੋਗਲੀ ਗੱਲ ਕਰੇ ਅਸੀਂ ਤਾਂ ਉਹਨੂੰ ਟੋਲਰੇਟ ਨਹੀਂ ਕਰਦੇ, ਅਸੀਂ ਕਹਿੰਦੇ ਹਾਂ ਜੀ ਇਹ ਦੋ ਮੂੰਹਾਂ ਸੱਪ ਹੈ ਜਾਂ ਇਹ ਦੋਗਲਾ ਹੈ। ਤੇ ਇੱਥੇ ਕਹਿ ਰਿਹਾ ਵੀ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕਿ ਤੁਸੀਂ 100 ਐਂਗਲਸ ਰੱਖੋ ਕਿ 100 ਥਾਵਾਂ ਤੋਂ ਤੁਸੀਂ ਮੁੱਕਰ ਸਕਦੇ ਹੋ, ਤਾਂ ਕਿ ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ, ਜਦੋਂ ਤੁਸੀਂ ਗੱਲ ਬਦਲਣੀ ਹੈ ਕਿਸੇ ਗੱਲ ਦਾ ਸਹਾਰਾ ਲਓ। ਸੋ ਅਸੀਂ ਉਹਨਾਂ ਨੂੰ ਵਾਅਦੇ ਸੁਣਾ ਰਹੇ ਹੁੰਦੇ, ਉਹ ਕਹਿ ਰਹੇ ਹੁੰਦੇ ਨੇ ਜੀ ਸਾਡੇ ਤਾਂ DNA ਦੇ ਵਿੱਚ ਵਾਅਦਾ ਖਿਲਾਫੀ ਹੈ, ਅਸੀਂ ਤਾਂ ਵਿਸ਼ਵਾਸ ਹੀ ਵਿਸ਼ਵਾਸਘਾਤ ਤੇ ਕਰਦੇ,
ਤੁਸੀਂ ਭਰੋਸਾਦਾਨ ਵਸਾਦਾਨ ਮੰਗਦੇ ਹੋ, ਅਸੀਂ ਤਾਂ ਜੰਮੇ ਹੀ ਵਿਸਾਖਾਤ ਚੋਂ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਦੋਂ ਹੁਣ ਅਸੀਂ ਇਹ ਗੱਲ ਕਰਦੇ ਹਾਂ ਵੀ ਜਿਸ ਲੈਵਲ ਦੇ ਉੱਤੇ ਆ ਕੇ ਜਿਵੇਂ ਪੰਜਾਬ ਨੂੰ ਬੜੀ ਸਿਸਟਮੈਟਿਕਲੀ, ਔਰ ਇਹ ਲੰਬੀ ਵਿਚਾਰ ਹੋਏਗੀ ਕਿ ਈਵਨ ਕਿਸ ਤਰੀਕੇ ਨਾਲ ਜਦੋਂ ਅਸੀਂ 47 ਦੀ ਪਾਰਟੀਸ਼ਨ ਦੀ ਗੱਲ ਕਰਦੇ ਹਾਂ ਜੀ, ਤੇ ਉਹ ਪਾਰਟੀਸ਼ਨ ਵੀ ਐਕਚੁਅਲੀ ਪੰਜਾਬ ਔਰ ਬੰਗਾਲ ਉਹਦੇ ਵਸ ਸਫਰਰ ਨੇ। ਯੂਪੀ ਬਿਹਾਰ ਨੂੰ ਤਾਂ ਫਰਕ ਨਹੀਂ ਪਿਆ ਹੈ। ਇਸ ਦੇ ਉਲਟ ਪੰਜਾਬ ਨੇ ਕਿਵੇਂ ਸਫਰ ਕੀਤਾ, ਅਸੀਂ ਇੱਕ ਸਿਵਲ ਵਾਰ ਚੋਂ ਨਿਕਲੇ। ਉਸ ਸਿਵਲ ਵਾਰ ਵੇਲੇ ਵੀ ਇਹ ਜਿਹੜੇ ਵਿਸਾਖਾਤੀ ਨੇ ਇਹਨਾਂ ਨੇ ਸਾਨੂੰ ਅੱਗੇ ਕੀਤਾ ਹੋਇਆ ਸੀ, ਔਰ ਨਤੀਜੇ ਦੇ ਤੌਰ ਤੇ ਅਸੀਂ ਅੱਗੇ ਵੱਧ ਕੇ ਜਿਹੜਾ ਪਾਕਿਸਤਾਨ ਦਾ ਵਿਰੋਧ ਕਰ ਰਹੇ ਸੀ, ਔਰ ਅਸੀਂ ਡਾਇਰੈਕਟ ਉਸ ਸਿਵਲ ਵਾਰ ਨੂੰ ਆਪਣੇ ਸਿਰ ਦੇ ਉੱਤੇ ਲਿਆ, ਔਰ ਉਸ ਦਾ ਖਮਿਆਜ਼ਾ ਵੀ ਭੁਗਤਿਆ। ਲੱਖਾਂ ਮਾਰੇ ਗਏ, ਲੱਖਾਂ ਬੇਘਰ ਹੋਏ, 40% ਦੀ ਕੌਮ ਪਨਾਹਗੀਰ ਬਣੀ, ਔਰ ਅਸੀਂ ਆਪਣੇ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਔਰ 3 ਗੁਣਾ ਜ਼ਿਆਦਾ ਜਿਹੜੀ ਸਾਡੀ ਪੋਜੈਸ਼ਨ ਸੀ ਆਬਾਦੀ ਨਾਲੋਂ, ਉਹ ਸਾਨੂੰ ਛੱਡਣੀ ਪਈ। ਜੀ, ਔਰ ਇਹ ਉਹ ਸਾਡੀ ਉਸ ਦੌਰ ਦੀ ਲੀਡਰਸ਼ਿਪ ਦੀ ਇਨ ਪਾਰਟਿਕੂਲਰ, ਔਰ ਆਮ ਲੋਕਾਂ ਦੀ ਵੀ ਇਨ ਜਨਰਲ ਮੈਂ ਸਮਝਦਾ ਹਾਂ ਵੀ ਡੈਡ ਹੋਣਾ ਸੀ ਪੋਲੀਟੀਕਲ ਅਵੇਅਰਨੈਸ ਤੋਂ ਕਿ ਅਸੀਂ ਕਿੱਥੇ ਆ ਕੇ ਡਿਗੇ, ਕ੍ਰਿਮੀਨਲ ਟ੍ਰਾਈਬ ਬਣ ਗਏ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਦੁਸ਼ਮਣ ਨੇ, ਔਰ ਇਹ ਗੱਲ ਬੜੀ ਜ਼ਰੂਰੀ ਹੈ ਕਿ ਸਾਨੂੰ ਆਇਡੈਂਟੀਫਾਈ ਕਰਨਾ ਪਏਗਾ। ਬੇਸ਼ੱਕ ਜਦੋਂ ਅਸੀਂ ਵੱਡਾ ਪਲਾਟ ਦੁਨੀਆ 'ਚ ਦੇਖਦੇ ਹਾਂ ਤੇ ਕੰਸਪੀਰੇਸੀਜ਼ ਦੀਆਂ ਜੜ੍ਹਾਂ ਕਿਤੇ ਹੋਰ ਨੇ, ਪਰ ਅਸੀਂ ਇਸ ਕੰਟੈਕਸਟ ਦੇ ਵਿੱਚ ਹੀ ਆਪਣੇ ਆਪ ਨੂੰ ਫੋਕਸ ਰੱਖਾਂਗੇ ਕਿ ਕਿਵੇਂ ਕਾਂਗਰਸ ਦੀ ਹਕੂਮਤ ਇੱਕ ਤੋਂ ਬਾਅਦ ਇੱਕ, ਬੇਸ਼ੱਕ ਕਹਿਣ ਨੂੰ ਨਹਿਰੂ ਐਗਨੋਸਟਿਕ ਸੀ ਜਾਂ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਜੀ, ਪਰ ਕਿਸ ਤਰੀਕੇ ਦੀਆਂ ਨੀਤੀਆਂ ਇਹਨਾਂ ਨੇ ਕੈਲਕੂਲੇਟ। ਇੱਕ ਤਾਂ ਗੱਲ ਹੈ ਇਹ ਵਿਸਾਖਾਤੀ ਹੋ ਸਕਦੇ ਨੇ, ਝੂਠੇ ਹੋ ਸਕਦੇ ਨੇ, ਗਧੇ ਨਹੀਂ ਨੇ। ਔਰ ਇਹੀ ਕਿ ਉਹ ਐਜੂਕੇਸ਼ਨ 4000 ਸਾਲ ਤੋਂ ਰਿਗਵੇਦ ਦੇ ਜ਼ਮਾਨੇ ਤੋਂ ਐਜੂਕੇਸ਼ਨ ਆਪਣੇ ਕੋਲ ਲਈ ਹੋਈ ਹੈ। ਮਨੂ ਸਮ੍ਰਿਤੀ ਨੇ ਜਿਵੇਂ 2000 ਸਾਲ ਪਹਿਲਾਂ ਕੋਡੀਫਾਈ ਲਾਅ ਕੀਤੇ, ਜਿਹੜੀ ਹੈ ਵਿਦਿਆ ਦੇਣ ਦਾ ਹੱਕ ਹੀ ਬ੍ਰਾਹਮਣ ਦੇ ਕੋਲ ਹੈ। ਜੀ, ਔਰ ਹਰ ਰਾਜੇ ਦੇ ਅਦਾਲਤ ਦੇ ਵਿੱਚ ਜ਼ਰੂਰੀ ਕਰ ਦਿੱਤਾ ਕਿ ਰਾਜਪੁਰੋਤ ਹੋਏ ਉਹਨੂੰ ਪੁੱਛ ਕੇ ਤੁਰਨੇ। ਹੁਣ ਉਸ ਸਿਸਟਮ ਚੋਂ ਜ਼ਾਹਰ ਹੈ ਵੀ ਅਸੀਂ ਤਾਂ ਉਸ ਕਲਾਸ ਚੋਂ ਆਏ। ਬੇਸ਼ੱਕ 5 ਸਦੀਆਂ 5.5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਿਮਾਣਿਆਂ ਨਿਤਾਣਿਆਂ ਨੂੰ ਗੜ ਨਾਲ ਲਾ ਕੇ, ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਸ਼ਸਤਰ ਔਰ ਰਾਜ ਸ਼ਕਤੀ ਦਾ ਜਿਹੜਾ ਹੈ ਉਹ ਵਰ ਦੇ ਕੇ ਸਾਨੂੰ ਖੜੇ ਕੀਤਾ। ਲੇਕਿਨ ਅਸੀਂ ਕਿਤੇ ਨਾ ਕਿਤੇ ਜਿਹੜਾ ਇਹ ਰਾਜਸੀ ਤੰਤਰ ਹੈ, ਜਿਹੜੀ ਰਾਜ ਵਿਦਿਆ ਹੈ ਜਾਂ ਜਿਹੜੀ ਈਵਨ ਜਨਰਲ ਵਿਦਿਆ ਵੀ ਹੈ, ਪਹਿਲਾਂ ਤਾਂ ਜਨਰਲ ਵਿਦਿਆ ਤੋਂ ਹੀ ਦੂਰ ਰਹੇ ਜੇ ਤੁਸੀਂ ਦੇਖੋ, ਔਰ ਇਹਨਾਂ ਦਾ ਕੰਟਰੋਲ ਸੀ, ਅਕਾਊਂਟੈਂਸੀ ਵੀ ਇਹਨਾਂ ਦੇ ਕੋਲ। ਈਵਨ ਅਬਦਾਲੀ ਵੀ ਜਦੋਂ ਹਮਲਿਆਂ ਵੇਲੇ ਲੈਂਦਾ ਰਿਹਾ ਕਿ ਇਵਰੀ ਬਾਣੀਏ ਲੈ ਗਿਆ ਚੁੱਕ ਕੇ ਇੱਥੋਂ, ਉਹ ਜਿਹੜਾ ਅੱਜ ਵੀ ਅਫਗਾਨ ਸੂਦਖੋਰ ਨੇ ਉਹਨਾਂ ਨੇ ਜਾ ਕੇ ਸਿਖਾਇਆ ਉਹਨਾਂ ਨੂੰ ਕਿ ਸੂਦ ਕਿਵੇਂ ਲੈਣਾ, ਕਿਵੇਂ ਉਹਦਾ ਚੱਕਰਵਰਤੀ ਵਿਆਜ ਬਣਾਉਣਾ, ਪਤਾ ਨਹੀਂ ਕਿਹੜਾ ਚੱਕਰ ਵਿਧੀ ਵਿਆਜ, ਉੱਤੇ ਪੈ ਰਿਹਾ ਵਿਆਜ। ਕਦੇ ਨਹੀਂ ਆਏ ਸਵਾਲ ਮੈਨੂੰ ਚੱਕਰ ਵਿਧੀ ਦੇ, ਉੱਥੇ ਹੀ ਘੱਟ ਨੰਬਰ। ਹੁਣ ਕਿਉਂਕਿ ਹੁਣ ਇਹਨਾਂ ਦੇ, ਔਰ ਤੁਸੀਂ ਜਾ ਕੇ ਅੱਜ ਵੀ ਦੇਖੋ, ਮੈਂ ਕਿ ਵੀਰੀ ਇਹਨਾਂ ਦੇ ਇੰਜੀਨੀਅਰਿੰਗ ਕਾਲਜਿਸ ਜਾਂ ਉਹਨਾਂ ਦੇ ਅਕਾਊਂਟੈਂਸੀ ਅੱਜ ਵੀ MBA ਆਪਣੇ ਇੱਥੇ ਵੀ ਅਮਰੀਕਾ 'ਚ ਬਹੁਤ ਸਾਰੇ ਸਾਡੇ ਵਪਾਰੀ ਜਾਂ ਦੂਜੇ ਟੈਕਸ ਜਾ ਕੇ ਉਹਨਾਂ ਤੋਂ ਹੀ ਭਰਾਉਂਦੇ ਨੇ, ਗੁਜਰਾਤੀਆਂ ਤੋਂ, ਜਾਂ ਦੂਜੇ ਉਹ ਬੈਠੇ ਨੇ ਗੋਇਲ ਅਗਰਵਾਲ, ਉਹ ਪੂਰੀਆਂ ਗਿਣਤੀਆਂ ਕਰਨ ਵਾਲੇ। ਹੁਣ ਇੱਧਰ ਵੀ ਸਾਰਿਆਂ ਦੇ ਰਾਜ ਦਰਬਾਰ ਦੇ ਵਿੱਚ ਇਹ ਆ ਕੇ ਬੈਠ ਗਏ ਜੀ, ਉਧਰੋਂ ਜਿਹੜਾ ਓਵਰਆਲ ਐਜੂਕੇਸ਼ਨ ਇਹਨਾਂ ਦੇ ਕੋਲ ਸੀ। ਸੋ ਨਤੀਜੇ ਦੇ ਤੌਰ ਤੇ ਸਿੱਖਾਂ ਦੇ ਬਹਾਦਰੀ ਦੇ ਕਨਸੈਪਟ ਤਾਂ ਅਸੀਂ ਡਿਵੈਲਪ ਹੁੰਦੇ ਚਲੇ ਗਏ। ਘੱਲੂਘਾਰਿਆਂ ਨੇ ਸਾਨੂੰ ਤਿੱਖੇ ਕੀਤਾ, ਅਸੀਂ ਆਪਣੇ ਸਿਧਾਂਤ ਨਾਲ ਵੀ ਜੁੜਦੇ ਗਏ, ਸਿੱਖੀ ਸਿਦਕ ਨਿਭਾਉਣ ਦੀ ਗੱਲ ਵੀ ਸਿੱਖੀ, ਪਰ ਅਸੀਂ ਦੂਜਾ ਪਾਸਾ ਫੇਲ ਹੁੰਦੇ ਚਲੇ ਗਏ। ਨਾ ਸਾਨੂੰ ਜੁਗਰਾਫੀਆ ਆਇਆ, ਔਰ ਜਦੋਂ ਮੈਂ ਅੰਮ੍ਰਿਤਸਰ TT ਦੇਖਦਾ 1809 ਦੀ, ਜਿਹਦੇ 'ਚ ਜਿਹੜਾ ਸਤਲੁਜ ਦਰਿਆ ਹੱਦ ਮਿਥਲਿਆ ਅੰਗਰੇਜ਼ੀ ਰਾਜ ਔਰ ਸਿੱਖ ਰਾਜ ਦੀ, ਉਹਨਾਂ ਨੇ ਦੇਖਿਆ ਜੇ ਇੱਥੇ ਤਾਂ ਸਤਲੁਜ ਫਿਰੋਜ਼ਪੁਰ 'ਚ ਹੈ, ਲੁਧਿਆਣੇ 'ਚ ਕਦੇ ਸਤਲੁਜ ਦਾ ਕੋਰਸ ਤਾਂ ਦੇਖਿਆ ਹੀ ਨਹੀਂ ਥੱਲੇ ਜਾ ਕੇ, ਵੀ ਥੱਲੇ ਜਾ ਕੇ ਜਿਹੜਾ ਸਿੰਧ ਹੈ ਉਹ ਸਤਲੁਜ ਦੇ ਦੂਸਰੇ ਪਾਸੇ ਹੈ। ਤੇ ਜੇ ਉਸ ਵੇਲੇ ਵਿਜ਼ਨ ਹੁੰਦਾ ਵੀ ਚਲੋ ਇੱਥੇ ਤਾਂ ਅੰਗਰੇਜ਼ ਆ ਕੇ ਬਹਿ ਗਏ, ਇਹਨਾਂ ਨੂੰ ਤਾਂ ਹੁਣ ਨਹੀਂ ਡੀਥਰੋਨ ਕੀਤਾ ਜਾ ਸਕਦਾ, ਪਰ ਇਹਨਾਂ ਨੂੰ ਮੰਨ ਲਓ ਵੀ ਜਿਹੜੀ ਤੁਹਾਡੇ ਨਾਲ ਬਾਰਡਰ ਹੀ ਲੱਗਦੀ ਹੈ ਉਹਦੇ 'ਚ ਸਾਡਾ ਇਹ ਹੈ, ਦੂਜਾ ਨਹੀਂ ਹੈ। ਔਰ ਜੇ ਇਵੇਂ ਨਾ ਹੋਇਆ ਹੁੰਦਾ ਤੇ ਜਦੋਂ ਸਿੱਖਾਂ ਨੇ ਸ਼ਿਕਾਰਪੁਰ ਲੈ ਲਿਆ, ਸਿੰਧ ਪੈਰਾਂ ਦੇ ਵਿੱਚ ਪਿਆ ਸੀ ਔਰ ਸਿੰਧ ਲੈਣ ਵਾਲੀ ਸੀ ਸਿੱਖ ਫੌਜ, ਤੇ ਉਹਨਾਂ ਨੇ ਅੰਮ੍ਰਿਤਸਰ ਦੀ TT ਕੱਢ ਲਈ। ਉਹਨਾਂ ਨੇ ਕਿਹਾ ਜੀ ਇਹਦੇ ਥੱਲੇ ਸਿੱਖ ਰਾਜ ਦੀਆਂ ਹੱਦਾਂ ਸਤਲੁਜ ਦੇ ਦੂਸਰੇ ਬੰਨੇ ਨੇ ਔਰ ਸਿੰਧ ਤਾਂ ਇੱਧਰ ਹੈ, ਔਰ ਜੇ ਸਿੰਧ ਸਿੱਖ ਰਾਜ ਦਾ ਹਿੱਸਾ ਹੁੰਦਾ ਤੇ ਅਸੀਂ ਆਲ ਵਰਲਡ ਪਾਵਰ 'ਚ ਸ਼ਾਮਲ ਹੁੰਦੇ, ਕਿਉਂਕਿ ਐਕਸੈਸ ਸਮੁੰਦਰ ਤੱਕ ਹੁੰਦੀ, ਔਰ ਉਹ ਸਾਰੀ ਤੁਹਾਡਾ ਬਦਲ ਹੀ ਜਾਂਦਾ।
ਔਰ ਅੰਗਰੇਜ਼ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸੀ। ਅਸੀਂ ਜਦੋਂ ਯੂਰਪੀਅਨ ਜਿਹਨਾਂ ਵਪਾਰੀਆਂ ਦੀ ਗੱਲ ਕਰਦੇ ਹਾਂ ਵੀ ਕਿਵੇਂ ਜਾ ਕੇ ਇਹਨਾਂ ਨੇ ਹੀ ਉਹ ਸਾਰਾ ਕੁਝ ਡਿਵੈਲਪ ਕੀਤਾ ਹੁੰਦਾ ਸੀ, ਇਹਨਾਂ ਨੂੰ ਕੈਲਕੂਲੇਟ ਕੀਤਾ ਹੁੰਦਾ ਸੀ। ਜੀਓਗ੍ਰਾਫੀਆ ਕੀ ਹੈ, ਉੱਥੇ ਆਪਣੇ ਹਿਸਟੋਰੀਅਨ ਵਾੜਦੇ ਸੀ ਵਿੱਚ ਲਿਜਾ ਕੇ, ਲਿੰਗੁਇਸਟ ਵਾੜਦੇ ਸੀ, ਫਿਰ ਕਬੀਲਿਆਂ ਦੀ ਸਟੱਡੀ ਕਰਦੇ ਸੀ, ਲੋਕਾਂ ਦੇ ਕਰੈਕਟਰ ਸਟੱਡੀ ਕਰਦੇ ਸੀ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇੱਕ ਪਾਸਾ ਤੇ ਇਹ ਸੀ, ਅਸੀਂ ਪਹਿਲੀ ਵਾਰ ਸਮੁੰਦਰ ਤੋਂ ਮਹਿਰੂਮ ਹੋਏ ਜੀ। ਨਹੀਂ, ਦਰਿਆਈ ਪਾਣੀਆਂ ਦੀ ਗੱਲ ਜੇ ਅਸੀਂ ਕਰੀਏ ਕਿ ਵੀ ਇਹ ਫਿਰ ਅੰਗਰੇਜ਼ਾਂ ਨੇ ਬੇਸ਼ੱਕ ਭਾਖੜਾ ਡੈਮ ਦਾ ਸਰਵੇ ਕਰਾਇਆ, ਦੂਜਾ ਕਰਾਇਆ, ਪਰ ਇੱਕ ਗੱਲ ਸਿੰਬੋਲਿਕ ਸੀ ਕਿ ਜਿਹੜੀ ਪਟਿਆਲਾ ਸਟੇਟ ਚੋਂ ਪਾਣੀ ਪਟਿਆਲਾ ਨਹਿਰ ਰਾਹੀਂ ਜਾਂ ਬੀਕਾਨੇਰ ਨਹਿਰ ਰਾਹੀਂ ਜਿਹਦੇ ਚੋਂ ਗੰਗਾ ਨਗਰ ਨਿਕਲਿਆ, ਉਹਦੇ 'ਚ ਵੀ ਕਿਉਂਕਿ ਸਿੱਖ ਕਿਸਾਨ ਗਏ, ਗੁਰਦੁਆਰੇ ਲਈ ਵੀ ਉਹਨਾਂ ਨੇ ਜ਼ਮੀਨ ਦਿੱਤੀ। ਹਰ ਪਿੰਡ 'ਚ ਜਿਹੜਾ ਗੰਗਾ ਨਗਰ ਦੇ ਉਹ ਰਾਜੇ ਵੱਲੋਂ ਉਹਦੀ ਮੇਨਟੇਨੈਂਸ ਆਉਂਦੀ ਰਹੀ। ਲੇਕਿਨ ਉਦੋਂ ਵੀ ਪਾਣੀ ਦੀ ਰਾਇਲਟੀ ਜਿਹੜੀ ਹੈ ਉਸ ਬੀਕਾਨੇਰ ਨਹਿਰ ਦੀ, ਭਾਵੇਂ ਸਿੰਬੋਲਿਕ ਸੀ, ਥੋੜੀ ਸੀ, ਉਹ ਇਧਰ ਖਜ਼ਾਨੇ ਜਾ ਕੇ ਪੈਂਦੀ ਸੀ, ਮੁਫਤ ਨਹੀਂ ਸੀ ਪਾਣੀ। ਕਿਉਂਕਿ ਅੰਗਰੇਜ਼ ਸਮਝਦੇ ਸੀ ਦੁਨੀਆ ਦੇ ਵਿੱਚ ਉਦੋਂ ਵੀ ਰਾਈਪੇਰੀਅਨ ਲਾਅ ਬਣ ਚੁੱਕਾ ਸੀ। ਹੁਣ ਜਦੋਂ ਅਸੀਂ 47 ਤੋਂ ਬਾਅਦ ਦਾ ਪੀਰੀਅਡ ਦੇਖਦੇ ਹਾਂ, ਪੰਜਾਬ ਦੀ ਤਰਾਸਦੀ ਬਰਬਾਦੀ ਹੋਈ ਬੜੇ ਪਲੈਨਡ ਤਰੀਕੇ ਨਾਲ ਇਹਨਾਂ ਨੇ। ਹੁਣ ਜਿਹੜੇ ਪੰਜਾਬ ਤੋਂ ਸਿੱਖ ਆਏ ਪੱਛਮੀ ਪੰਜਾਬ ਚੋਂ, ਉਹਨਾਂ ਨੂੰ ਕਿਉਂ ਨਹੀਂ ਪੂਰਬੀ ਪੰਜਾਬ ਦੇ ਵਿੱਚ, ਉਹਨਾਂ ਨੂੰ ਤਾਂ ਕਿਹਾ ਜੀ ਅੰਬਾਲਾ ਟਪਾ ਦਿਓ ਇਹਨਾਂ ਨੂੰ। ਉਹ ਤਾਂ ਕੋਈ ਯੂਪੀ 'ਚ ਚਲੇ ਗਏ, ਕੋਈ ਦਿੱਲੀ ਚਲੇ ਗਏ, ਕੋਈ ਬੰਬੇ ਭੇਜ ਦਿੱਤੇ, ਤਾਂ ਕਿ ਸਿੱਖ ਕਿਤੇ ਪੰਜਾਬ 'ਚ ਇਕੱਠੇ ਨਾ ਹੋ ਜਾਣ ਔਰ ਕਿਤੇ ਸੱਚਮੁੱਚ ਹੀ ਸਿੱਖ ਮੈਜੋਰਟੀ ਨਾ ਬਣ ਜਾਏ। ਜੇ ਪਟਿਆਲੇ ਦੇ ਰਾਜੇ ਨੇ, ਉਹਨਾਂ ਦਾ ਮਾਸਟਰ ਤਾਰਾ ਸਿੰਘ ਨਾਲ ਚੰਗੇ ਸਬੰਧ ਸੀ, ਯਾਦਵਿੰਦਰ ਸਿੰਘ ਦੇ, ਉਹਨੇ ਪੋਠੋਹਾਰ ਦੇ ਸਿੱਖ ਜਿਹੜੇ ਨੇ ਉਹ ਲਿਆ ਕੇ ਪਟਿਆਲੇ ਦੇ ਵਿੱਚ ਵਸਾਏ, ਅੱਜ ਵੀ ਨੇ ਜੀ। ਤੇ ਪਟੇਲ ਨੇ ਨਾਲ ਦੀ ਨਾਲ ਜਿਹੜੇ ਬਹਾਵਲਪੁਰ ਸੀ, ਬਹਾਵਲਪੁਰ 'ਚ ਹਿੰਦੂ, ਉਹ ਕਿਹਾ ਜੀ ਆ ਬਹਾਵਲਪੁਰੀਆ ਵੀ ਵਸਾਓ, ਲਿਆ ਕੇ ਨਾਲ ਬਹਾਵਲਪੁਰੀਆ ਵੀ ਬਿਠਾ ਦਿੱਤੇ। ਉਹ ਰਾਮਲੀਲਾ 'ਚ ਜਾਂਦੇ ਹੁੰਦੇ ਸੀ ਸਾਰੇ ਸਿੱਖ ਵੀ ਦੇਖਣ ਉੱਥੇ ਜੀ ਬਹਾਵਲਪੁਰੀਆਂ ਦੀ ਰਾਮਲੀਲਾ, ਕਿਉਂਕਿ ਉਹਨਾਂ ਨੂੰ ਇਹ ਡਰ ਸੀ ਕਿ ਈਵਨ ਸਿੱਖ ਰਿਆਸਤਾਂ ਉਦੋਂ ਜੇ ਪਟਿਆਲਾ, ਨਾਭਾ, ਜੀਂਦ, ਕੈਥਲ, ਕਪੂਰਥਲਾ ਇੰਡੀਪੈਂਡੈਂਟ ਰਿਆਸਤਾਂ ਸੀ, ਕਿ ਕਿਤੇ ਇਹਦੇ 'ਚ ਵੀ ਸਿੱਖ ਨਾ ਮੈਜੋਰਟੀ 'ਚ ਹੋ ਜਾਣ। ਔਰ ਪੰਜਾਬ 'ਚ ਉਹਨਾਂ ਨੇ ਲਹਿੰਦੇ ਪੰਜਾਬ ਦਾ ਹਿੰਦੂ ਮੈਕਸਿਮਮ ਆਬਾਦ ਕਰ ਦਿੱਤਾ ਔਰ ਪਾਰਟੀਸ਼ਨ ਦੇ ਬਾਵਜੂਦ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ 32-33% ਤੋਂ ਜ਼ਿਆਦਾ ਨਹੀਂ ਵਧੀ ਜੀ। ਹੁਣ ਇਸ ਕੰਟੈਕਸਟ 'ਚ ਅਸੀਂ ਦੇਖਦੇ ਹਾਂ ਕਿ ਕਿਵੇਂ ਪ੍ਰਤਾਪ ਸਿੰਘ ਕੈਰੋਂ ਤੋਂ ਜਿਹੜਾ 8.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਪੰਜਾਬ ਦਾ ਹੈ ਉਹ ਰਾਜਸਥਾਨ ਨੂੰ, ਜਿਹੜਾ ਨਾਨ ਰਾਈਪੇਰੀਅਨ ਹੈ, ਔਰ ਮੈਂ ਕੱਟ ਸ਼ਾਰਟ ਕਰ ਰਿਹਾ, ਇੰਡਸ ਵਾਟਰ ਟ੍ਰੀਟੀ ਅਸੀਂ ਜੇ ਦੇਖੀਏ ਤੇ ਜਿਵੇਂ ਇੰਡਸ ਬੇਸਿਨ ਬਣਾਉਣ ਦੇ ਲਈ ਰਾਜਸਥਾਨ ਤੇ ਦੂਜੇ ਨੂੰ ਵਿੱਚ ਘੜੀਸਿਆ ਗਿਆ, ਟ੍ਰੀਟੀ ਪਾਕਿਸਤਾਨ ਨਾਲ ਹੋਈ। ਔਰ ਹਾਲਾਂ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ, ਪਾਕਿਸਤਾਨ ਦਾ ਇੱਕ ਡੈਲੀਗੇਸ਼ਨ ਇਧਰਲੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਆਇਆ ਹੋਇਆ, ਔਰ ਕੁਦਰਤੀ ਕਿਉਂਕਿ ਅੱਜ ਹੀ ਇਹ ਐਲਾਨ ਬਾਦਲ ਨੇ ਅਸੈਂਬਲੀ 'ਚ ਕੀਤਾ ਤੇ ਨਾਲ ਦੀ ਨਾਲ ਉਸ ਡੈਲੀਗੇਸ਼ਨ ਨੇ ਵੀ ਮੀਟਿੰਗ 'ਚ ਕਿਹਾ ਕਿ ਜੀ ਜਿਹੜਾ ਭਾਰਤ ਹੈ ਉਹ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਹੈ ਉਸ ਨੂੰ ਪੂਰੀ ਤਰ੍ਹਾਂ ਲਾਗੂ ਕਰੇ, ਕਿਉਂਕਿ ਚਨਾਬ ਔਰ ਜੇਹਲਮ ਉਹਦੇ ਥੱਲੇ ਪਾਕਿਸਤਾਨ ਦੇ ਦਰਿਆ ਮੰਨੇ ਗਏ ਨੇ। ਪਰ ਇਹਨਾਂ ਨੇ ਦੇਖਦੇ ਆ ਵੀ ਸਤਲੁਜ, ਬਿਆਸ, ਰਾਵੀ ਦੇ ਉੱਤੇ ਕਿਉਂਕਿ ਪੰਜਾਬ ਦਾ ਰਾਈਟ ਬਣਦਾ, ਇਹਨਾਂ ਨੇ ਇੰਡਸ ਬੇਸਨ ਦਾ ਕਨਸੈਪਟ ਦੇ ਕੇ ਰਾਜਸਥਾਨ ਨੂੰ ਵਿੱਚ ਭਾਗੀਦਾਰ ਬਣਾ ਲਿਆ। ਹਾਲਾਂਕਿ ਰਾਜਸਥਾਨ ਕੋਈ ਜਿਹੜਾ ਉਹ ਰਾਈਪੇਰੀਅਨ ਤਾਂ ਹੈ ਨਹੀਂ ਸੀ, ਰਾਜਸਥਾਨ ਚੋਂ ਲੰਘਦੀ ਨਹੀਂ ਹੈ ਜਿਹੜੀ ਕੋਈ ਵੀ ਦਰਿਆ। ਸੋ ਕੁੱਲ ਮਿਲਾ ਕੇ ਅੱਧਿਓਂ ਜ਼ਿਆਦਾ ਪਾਣੀ ਪੰਜਾਬ ਦਾ ਕੈਰੋਂ ਤੋਂ ਲੁਟਵਾਇਆ। ਫਿਰ ਉਸ ਪੀਰੀਅਡ 'ਚ ਵੀ ਕੈਰੋਂ ਦੇ ਵੇਲੇ ਹੀ ਹਰਿਆਣੇ ਨੂੰ ਥੋੜਾ ਬਹੁਤ 0.9 ਮਿਲੀਅਨ ਏਕੜ ਫੁੱਟ ਪਾਣੀ, ਹਰਿਆਣਾ ਉਦੋਂ ਸਟੇਟ ਨਹੀਂ ਸੀ ਬਣਿਆ, ਪਰ ਖੇਤਰ ਇਹ ਜਿਹੜਾ ਹਿੰਦੀ ਖੇਤਰ ਜਿਹੜਾ ਹਰਿਆਣਵੀ ਜਿਹਨੂੰ ਬਾਅਦ 'ਚ ਬਣਿਆ ਜਿਹੜੇ ਖੇਤਰ ਅੰਬਾਲਾ ਤੋਂ ਪਰੇ ਉਹਨੂੰ, ਪਰ ਕੈਰੋਂ ਦੇ ਮਰਨ ਤੋਂ ਬਾਅਦ ਜਦੋਂ ਕਾਮਰੇਡ ਰਾਮਕ੍ਰਿਸ਼ਨ ਚੀਫ ਮਿਨਿਸਟਰ ਬਣਿਆ, ਉਹ ਉਹਨਾਂ ਨੇ ਲਿਆਂਦਾ ਹੁਸ਼ਿਆਰਪੁਰ ਦਾ ਇੱਕ ਲੱਭ ਕੇ ਬਾਣੀ ਹੈ, ਔਰ ਉਹਨੇ ਉਹ ਜਿਹੜਾ ਦੁੱਗਣੇ ਤੋਂ ਜ਼ਿਆਦਾ ਕਰਤਾ ਉਹਨੇ ਵਿਦਨ ਪੰਜਾਬ ਹੀ, ਅਜੇ 1966 ਬਾਅਦ ਦੇ ਵਿੱਚ ਹੁੰਦਾ। ਸੋ ਹੁਣ ਤੁਸੀਂ ਦੇਖੋ ਵੀ ਇਹਨਾਂ ਦੀ ਕਿਵੇਂ ਕੈਲਕੂਲੇਟਡ ਮੂਵ ਸੀ। ਔਰ ਫਿਰ 1966 ਦੇ ਵਿੱਚ ਹੁਣ ਦੋ ਖਬਰਾਂ ਜਿਹੜੀਆਂ ਅੱਜ ਸਾਰੇ ਪਾਸੇ ਛਾਈਆਂ ਹੋਈਆਂ ਨੇ, ਇੱਕ ਤਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਅਸੀਂ ਜਿਹੜੀ ਜ਼ਮੀਨ 5376 ਏਕੜ ਐਕਵਾਇਰ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਸਤਲੁਜ ਯਮਨਾ ਲਿੰਕ ਨਹਿਰ ਲਈ, ਉਹਨੂੰ ਅਸੀਂ ਖਾਲੀ ਕਰ ਰਹੇ ਔਰ ਉਹ ਅਸੀਂ ਵਾਪਸ ਕਿਸਾਨਾਂ ਨੂੰ ਦੇ ਰਹੇ। ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਜਿਹੜਾ ਅਮਰਿੰਦਰ ਮਚ ਰਿਹਾ ਸੀ ਜਾਂ ਦੂਜਿਆਂ ਨੂੰ ਲੱਗ ਰਿਹਾ ਸੀ, ਔਰ ਮੈਨੂੰ ਇਹ ਲੱਗਦਾ ਸੀ ਕਿ ਬਾਦਲ ਕੱਚੀਆਂ ਗੋਲੀਆਂ ਨਹੀਂ ਖੇਡਿਆ ਹੋਇਆ ਹੈ, ਉਹ ਕੁਛ ਨਾ ਕੁਛ ਐਸਾ ਕਰੇਗਾ, ਕਿਉਂਕਿ ਇਹ ਮੁੱਦਾ ਮੋਦੀ ਸਰਕਾਰ ਪੰਜਾਬ ਦੇ ਅਗੇਂਸਟ ਭੁਗਤੀ। ਪਾਣੀ ਪੰਜਾਬ ਦਾ ਜੇ ਸੁਪਰੀਮ ਕੋਰਟ ਜਿਹੜਾ ਆਰਡਰ ਕਰ ਦੇਣਾ ਸੀ ਉਹਨੇ, ਜਾਂ ਹੁਣ ਵੀ ਦੇਖੋ ਕੀ ਹੁੰਦਾ, ਉਹ ਕਹਿ ਦਿੰਦਾ ਹੈ ਕਿ ਜੀ ਫੌਜ ਲਾ ਕੇ ਬਣਾਓ, ਸੈਂਟਰ ਨੂੰ ਕਹਿੰਦਾ ਵੀ ਤੂੰ ਬਣਵਾ ਕੇ ਦੇ। ਬਾਦਲ ਕੀ ਕਰਦਾ? ਸੋ ਉਹਨੇ ਜਿਹੜਾ ਇਹ ਮੂਵ ਚਲਾਇਆ
ਇਹਨੇ ਇੱਕ ਵਾਰੀ ਤਾਂ ਸਾਰਾ ਕੁਝ ਹੀ ਅੰਡੂ, ਇੱਕ ਤਾਂ ਕਾਂਗਰਸ ਜਿਹੜੀ ਐਡਵਾਂਟੇਜ ਖੱਟਣਾ ਚਾਹੁੰਦੀ ਸੀ ਅਮਰਿੰਦਰ 2004 ਦੇ ਮੁੱਦੇ ਨੂੰ ਲੈ ਕੇ, ਦੂਸਰਾ ਜੇ ਮੈਂ ਉਹ ਬਾਦਲ ਦੀ ਦੇਖਾਂਗਾ ਪੜਾਂਗਾ ਜਿਹੜੇ ਕੁਛ ਉਹਦੇ ਹਿੱਸੇ ਨੇ ਉਹ ਤਾਂ ਇਸ ਵੇਲੇ ਚੀ ਗੁਵੇਰਾ ਬਣ ਗਏ ਕਿ ਜੀ ਅਸੀਂ ਬਹਾ ਦੇਾਂਗੇ ਹਰ ਬੂੰਦ, ਕੁਰਸੀ ਦਾ ਕੀ ਹੈ ਉਹ ਪਤਾ ਹੈ, ਰਾਜ 4 ਸਾਲ ਲੁੱਟ ਲਿਆ, ਹੁਣ ਇਲੈਕਸ਼ਨਾਂ ਹੋਣ ਵਾਲੀਆਂ, ਜੇ ਰਿਜ਼ਾਈਨ ਵੀ ਕਰਨਾ ਪੈਂਦਾ ਹੈ ਲੋਕਾਂ 'ਚ ਜਾਣ ਜੋਗਾ ਹੋ ਗਿਆ। ਔਰ ਦੂਸਰਾ, ਔਰ ਇਹ ਵੀ ਜਿਹੜੀ ਜੋ ਇਹ ਸਤਲੁਜ ਯਮਨਾ ਲਿੰਕ ਨਹਿਰ ਜਾਂ ਪਾਣੀਆਂ ਦੀ ਲੁੱਟ ਬੇਸ਼ੱਕ ਪਹਿਲਾਂ ਤੋਂ ਹੈ 1966 ਤੋਂ, ਪਰ 1966 ਦੇ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79, 80 ਨੇ ਫਰਦਰ ਉਹਨੂੰ ਕਨਸਟੀਟਿਊਸ਼ਨਲਾਈਜ਼ ਕਰ ਦਿੱਤਾ ਹੈ। ਔਰ ਦੂਸਰੀ ਜਿਹੜੀ ਖਬਰ ਅੱਜ ਪ੍ਰੋਮਿਨੈਂਸ ਦੇ ਨਾਲ ਛਪੀ ਹੈ ਕਿ ਜੀ ਸੈਂਟਰ ਦੀ ਕੈਬਨਿਟ ਨੇ ਇਹ ਫੈਸਲਾ ਕਰ ਲਿਆ ਹੈ ਕਿ ਸਹਿਜਧਾਰੀਆਂ ਨੂੰ ਜਿਹੜਾ ਵੋਟ ਦਾ ਹੱਕ ਨਹੀਂ ਮਿਲਣਾ ਚਾਹੀਦਾ। ਦਾ ਆਰਡੀਨੈਂਸ ਜਿਹੜਾ ਵਾਜਪਾਈ ਸਰਕਾਰ ਵੇਲੇ ਹੋਇਆ ਸੀ ਉਹ ਬਾਅਦ ਚ ਉਹਨੂੰ ਪਾਰਲੀਮੈਂਟ ਨੇ ਪਾਸ ਨਹੀਂ ਕੀਤਾ, ਜਿਹੜਾ ਐਕਸਪਾਇਰ ਹੋਇਆ, ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਗਿਆ ਹੋਇਆ, ਇਸ ਲਈ ਜਿਹੜੀਆਂ ਸ਼੍ਰੋਮਣੀ ਕਮੇਟੀ ਚੋਣਾਂ ਹੋਈਆਂ ਉਹਦੇ ਮੈਂਬਰ ਸਹੁੰ ਵੀ ਨਹੀਂ ਚੁੱਕ ਸਕੇ ਤੇ ਕੈਬਨਿਟ ਨੇ ਕਿਹਾ ਜੀ ਇਹ ਬਿਲਕੁਲ ਅਸੀਂ ਇਸ ਅਮੈਂਡਮੈਂਟ ਨੂੰ ਮੰਨਦੇ ਹਾਂ ਵੀ ਉਹਨਾਂ ਨੂੰ ਵੋਟ ਦਾ ਹੱਕ ਨਹੀਂ ਹੋਣਾ ਚਾਹੀਦਾ ਜੀ। ਹੁਣ ਜਦੋਂ ਇਸ ਇਸ਼ੂ ਨੂੰ ਵੀ ਅਸੀਂ ਗੁਰਦੁਆਰਾ ਐਕਟ ਵਾਲਿਆਂ ਨੂੰ ਦੇਖਿਆ ਤੇ ਇਹ ਗੱਲ ਸਾਹਮਣੇ ਆਈ ਵੀ ਜਿਹੜਾ 1925 ਦੇ ਵਿੱਚ ਗੁਰਦੁਆਰਾ ਐਕਟ ਬਣਿਆ ਸੀ ਇਹ ਤਾਂ ਉਸ ਵੇਲੇ ਦੀ ਪੰਜਾਬ ਸਰਕਾਰ ਦਾ ਐਕਟ ਸੀ, ਕੋਈ ਬ੍ਰਿਟਿਸ਼ ਗਵਰਨਮੈਂਟ ਦੀ ਦਿੱਲੀ ਗਵਰਨਮੈਂਟ ਜਾਂ ਉਦੋਂ ਸ਼ਿਮਲਾ 'ਚ ਭਾਵੇਂ ਲੱਗਦੀ ਸੀ ਉਹਦਾ ਐਕਟ ਨਹੀਂ ਸੀ। ਇਹ ਵੀ ਕਿਵੇਂ ਸੈਂਟਰ ਨੇ ਆਪਣੇ ਹੱਥਾਂ 'ਚ ਲੈ ਲਿਆ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦਾ ਹੱਕ ਵੀ, ਕਿਉਂਕਿ ਜਦੋਂ ਪੰਜਾਬ ਪੁਨਰਗਠਨ ਐਕਟ 1966 ਬਣਿਆ ਤੇ ਜ਼ਾਹਰ ਹੈ ਕਿ ਜਿਹੜੇ ਪਹਿਲੇ ਪੰਜਾਬ ਦੇ ਵਿੱਚ ਗੁਰਦੁਆਰੇ ਸਨ ਉਹ ਪੰਜਾਬ ਦੇ ਵਿੱਚੋਂ ਕੁਝ ਹਰਿਆਣੇ 'ਚ ਵੀ ਚਲੇ ਗਏ, ਕੁਝ ਹਿਮਾਚਲ 'ਚ ਵੀ ਚਲੇ ਗਏ, ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਉਹਦਾ ਹਿੱਸਾ ਬਣ ਗਏ। ਨਤੀਜੇ ਦੇ ਤੌਰ ਤੇ ਸੈਂਟਰ ਨੇ ਕਿਹਾ ਜੀ ਹੁਣ ਇਹ ਕਿਉਂਕਿ ਜੇ ਸ਼੍ਰੋਮਣੀ ਕਮੇਟੀ ਤੁਸੀਂ ਰੱਖਣੀ ਹੈ ਤੇ ਫਿਰ ਇਹਨੂੰ ਵੀ ਅਸੀਂ ਹੁਣ ਕਰਾਵਾਂਗੇ। ਇਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਹੀ ਅਮੈਂਡਮੈਂਟ ਕਰ ਸਕਦੀ ਸੀ ਗੁਰਦੁਆਰਾ ਐਕਟ 'ਚ ਉਹ ਪਾਵਰ ਵੀ ਸੈਂਟਰ ਨੇ ਲੈ ਲਈ। ਹੁਣ ਨਿੱਕੀ ਨਿੱਕੀ ਮੰਗ ਲਈ ਜਿਹੜਾ ਉਹ ਲੇਲੜੀਆਂ ਕੱਢਦੇ ਨੇ ਜਾ ਕੇ, ਉਹ ਫਿਰ ਆਪਣਾ ਟਾਈਮ ਦੇਖ ਕੇ, ਟਾਈਮਿੰਗ ਉਹਨਾਂ ਦੀ ਹੁੰਦੀ ਹੈ ਵੀ ਉਹਨਾਂ ਨੇ ਚੋਣਾਂ ਕਦੋਂ ਕਰਵਾਉਣੀ ਹੈ, ਅਮੈਂਡਮੈਂਟ ਕਦੋਂ ਕਰਨੀ ਹੈ ਜੀ, ਉਸ ਸਾਰਿਆਂ ਨੂੰ। ਸੋ ਇਹ ਵੀ ਮਿਸਚੀਫ ਜਿਹੜੀ ਹੈ 1966 ਦੇ ਪੁਨਰਗਠਨ ਐਕਟ ਦੀ ਹੈ। ਔਰ ਜਿਹੜੀ ਗੱਲ ਬਾਦਲ ਨੇ ਮੈਂ ਸਮਝਦਾ ਵੀ ਜਿਸ ਤਰੀਕੇ ਦੇ ਨਾਲ ਉਹਨੇ ਇਹ ਸਾਰਾ ਮੂਵ ਚਲਾਇਆ, ਉਹਨੇ ਇੱਕ ਵਾਰੀ ਤਾਂ ਵਿਰੋਧੀਆਂ ਨੂੰ ਵੀ ਹੈਰਤ ਦੇ ਵਿੱਚ ਪਾ ਦਿੱਤਾ। ਅੱਜ ਹੀ ਚੜ੍ਹਦੀ ਕਲਾ ਦੇ ਰੈਜ਼ੀਡੈਂਟ ਐਡੀਟਰ ਉਹਨਾਂ ਦੀ ਕਾਲ ਮੈਨੂੰ ਆਈ, ਮੈਂ ਬਾਹਰ ਸੀ ਤੇ ਉਹਨਾਂ ਨੇ ਕਿਹਾ ਜੀ ਇਹ ਇਹਦੇ ਤੇ ਕੀ ਸਟੈਂਡ ਲਿਆ ਜਾਏ। ਮੈਂ ਕਿਹਾ ਜੀ ਹੁਣ ਨਾ ਤਾਂ ਵਾਹ ਕਹਿਣ ਨੂੰ ਜੀ ਕਰਦਾ ਕਿਉਂਕਿ ਇਹ ਤਾਂ ਬਿਲਕੁਲ ਡਿੱਗਿਆ ਹੋਇਆ ਬੰਦਾ ਲੋਕਾਂ ਦੀਆਂ ਨਜ਼ਰਾਂ 'ਚ, ਜਿੱਥੇ ਇਹ ਤਾਂ ਦੁਬਾਰਾ ਇਸ ਦੇ ਥੱਲੇ ਆ ਜਾਏਗਾ। ਪਰ ਔਨ ਦਾ ਅਦਰ ਹੈਂਡ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਤੇ ਇਹ ਇਸ ਨੂੰ ਇੱਕ ਟਾਈਮਲੀ ਐਕਸ਼ਨ ਵੀ ਕਿਹਾ ਜਾ ਸਕਦਾ। ਇਹ ਭਾਵੇਂ ਮੈਨੂੰ ਨਹੀਂ ਲੱਗਦਾ ਵੀ ਬਾਦਲ ਨੇ ਇੰਡੀਪੈਂਡੈਂਟਲੀ ਇਹ ਫੈਸਲਾ ਲਿਆ ਹੋਏਗਾ, ਕਿਉਂਕਿ ਜੇ ਇੰਡੀਪੈਂਡੈਂਟਲੀ ਫੈਸਲਾ ਲਿਆ ਹੁੰਦਾ ਬਿਨਾਂ ਸੈਂਟਰ ਦੇ ਨਾਲ ਜ਼ਰੂਰ ਮੋਦੀ ਦੀ ਜਾਂ ਆਰਐਸਐਸ ਦੇ ਨੇ ਵੀ ਅੰਦਰ ਬੈਠ ਕੇ ਕਿਹਾ ਹੋਣਾ ਹੈ ਕਿ ਜੀ ਹੁਣ ਸੁਪਰੀਮ ਕੋਰਟ ਤੋਂ ਸਾਨੂੰ ਲੈਣਾ ਪੈਣਾ ਹੈ ਸਟੈਂਡ, ਪਰ ਤੁਸੀਂ ਇਵੇਂ ਕਰ ਸਕਦੇ ਹੋ। ਕਿਉਂਕਿ ਜੇ ਇਵੇਂ ਨਾ ਹੁੰਦਾ, ਮੈਨੂੰ ਯਾਦ ਹੈ ਕਿ ਜਦੋਂ ਅਮਰਿੰਦਰ ਸਿੰਘ ਨੇ 2004 ਚ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਜਿਹੜਾ ਹੈ ਉਹ ਪਾਸ ਕਰਵਾਇਆ ਤੇ ਉਹਨੇ ਦੱਸਿਆ ਨਹੀਂ ਸੀ ਕਿਸੇ ਨੂੰ, ਈਵਨ ਵਿਦਨ ਪਾਰਟੀ ਵੀ ਨਹੀਂ ਸੀ ਪਤਾ, ਹਾਲਾਂਕਿ ਯੂਨੈਨਿਮਸ ਐਕਟ ਸੀ, ਯੂਨੈਨਿਮਸ ਪਾਸ ਕੀਤਾ। ਐਨ ਅਸੈਂਬਲੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨੇ ਸੱਦਿਆ ਬਾਦਲ ਨੂੰ, ਦੂਜਿਆਂ ਨੂੰ, ਉਹਨਾਂ ਨੂੰ ਕਿਹਾ ਜੀ ਆਹ ਇਸ਼ੂ ਹੈ ਔਰ ਹਰ ਇੱਕ ਨੂੰ ਪਤਾ ਸੀ ਵੀ ਸੁਪਰੀਮ ਕੋਰਟ ਦੀ ਤਲਵਾਰ ਲਟਕ ਰਹੀ ਹੈ। ਮੌਕੇ ਤੇ ਹੀ ਉਹ ਸਾਰੇ ਦੇ ਸਾਰੇ ਅਸੈਂਬਲੀ ਮੈਂਬਰਾਂ ਨੂੰ ਲੈ ਕੇ ਪਾਸ ਕਰਨ ਤੋਂ ਬਾਅਦ ਗਵਰਨਰ ਦੇ ਕੋਲ ਪਹੁੰਚ ਗਏ ਤੇ ਫੌਰਨ ਗਵਰਨਰ ਤੋਂ ਦਸਤਖਤ ਕਰਾ ਕੇ ਉਹਨੂੰ ਐਕਟ ਬਣਾ ਦਿੱਤਾ। ਹੁਣ ਇਹਦੇ ਚ ਦੋਨੋਂ ਹੀ ਚੀਜ਼ਾਂ ਸੀ, ਜੇ ਅਕਾਲੀ ਜੁਆਇਨ ਨਾ ਕਰਦੇ ਪਾਸ ਤਾਂ ਫਿਰ ਵੀ ਹੋ ਜਾਣਾ ਸੀ, ਪਰ ਉਹਦੇ ਚ ਕ੍ਰਿਟਿਸਿਜ਼ਮ ਹੋਣਾ ਸੀ, ਤੇ ਜੇ ਸਾਰੇ ਕੋਲ ਨਾ ਜਾਂਦੇ ਜਾਂ ਵਿੱਚ 2 ਦਿਨ ਪੈ ਜਾਂਦੇ ਤੇ ਗਵਰਨਰ ਨੂੰ ਸੈਂਟਰ ਕਹਿ ਸਕਦਾ ਸੀ ਕਿ ਵੀ ਦਸਤਖਤ ਨਾ ਕਰੋ, ਫਿਰ ਵੀ ਐਕਟ ਨਹੀਂ ਸੀ ਬਣਨਾ। ਔਰ ਇਹ ਗੱਲ ਅਮਰਿੰਦਰ ਸਿੰਘ ਨੂੰ ਕਿਸੇ ਇੰਟਰਵਿਊ ਦੇ ਵਿੱਚ ਪੁੱਛੀ ਕਿਸੇ ਨੇ, ਉਹਨਾਂ ਨੇ ਕਿਹਾ, ਸ਼ਾਇਦ ਕੰਵਰ ਸੰਧੂ ਦੇ ਨਾਲ ਉਹਦਾ ਇੰਟਰਵਿਊ ਸੀ, ਕਿ ਜੀ ਤੁਸੀਂ ਜਿਹੜਾ ਇਹ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ ਉਹਦੇ ਲਈ ਤੁਸੀਂ ਸੋਨੀਆ ਗਾਂਧੀ ਜਾਂ ਕਿਉਂਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਪੁੱਛਿਆ ਸੀ? ਉਹ ਕਹਿੰਦੇ ਜੀ ਬਿਲਕੁਲ ਨਹੀਂ। ਉਹ ਕਹਿੰਦੇ ਉਹਨਾਂ ਨੇ ਤੁਹਾਨੂੰ ਫਿਰ ਇਸ ਦੇ ਉੱਤੇ ਜਿਹੜਾ ਉਹ ਜਵਾਬ ਦੇ ਨਹੀਂ ਬਣਾਇਆ? ਕਹਿੰਦੇ ਹਾਂ, ਮੈਨੂੰ ਸੋਨੀਆ ਗਾਂਧੀ ਨੇ ਕਿਹਾ ਕਿ ਜੀ ਤੁਸੀਂ ਜਿਹੜਾ ਇਹ ਕਿਉਂ ਨਹੀਂ ਕੀਤਾ? ਕਹਿੰਦੇ ਮੈਡਮ ਜੇ ਮੈਂ, ਉਹਨੇ ਅੱਗੋਂ ਇਹ ਕਿਹਾ ਜਵਾਬ ਕਿ ਮੈਡਮ ਜੇ ਮੈਂ ਤੁਹਾਨੂੰ ਪੁੱਛਦਾ ਤੇ ਤੁਸੀਂ ਨੋ ਕਹਿਣਾ ਸੀ ਤੇ ਪਾਸ ਤਾਂ ਮੈਂ ਫਿਰ ਵੀ ਕਰਨਾ ਸੀ, ਫਿਰ ਆਪਣੀ ਟੱਕਰ ਹੋਣੀ ਸੀ, ਸੋ ਮੈਂ ਤੁਹਾਨੂੰ ਐਮਬੈਰਸ ਨਹੀਂ ਸੀ ਕਰਨਾ, ਜਿਵੇਂ ਹੁੰਦੇ ਸਿਆਸੀ ਲੋਕ।
ਪਰ ਇੱਕ ਗੱਲ ਜ਼ਾਹਰ ਹੈ ਕਿ ਮੈਨੂੰ ਇਹ ਲੱਗਦਾ ਹੈ ਵੀ ਬਾਦਲ ਨੇ ਇਹ ਸਲਾਹ ਨਾਲ ਹੀ ਕੀਤਾ ਹੋਇਆ, ਨਹੀਂ ਤਾਂ ਇਹ ਨਹੀਂ ਹੁੰਦਾ ਵੀ ਤੁਸੀਂ ਅੱਜ ਐਲਾਨ ਕਰੋ ਤੇ ਫਿਰ ਕਹੋ ਜੀ ਅਸੀਂ ਬਿੱਲ ਲਿਆਵਾਂਗੇ ਬਾਅਦ ਚ। ਫਿਰ ਹੁਣ ਨਾਲ ਹੀ ਕਹਿ ਦਿੱਤਾ ਕਿ ਜੇ ਅਸੈਂਬਲੀ ਸੈਸ਼ਨ ਨਾ ਅਸੀਂ ਸਪੈਸ਼ਲ ਸੈਸ਼ਨ ਵੀ ਸੱਦ ਸਕਦੇ ਹਾਂ। ਸੋ ਮੈਂ ਸਮਝਦਾ ਵੀ ਇਹ ਕਿਸ ਐਂਗਲ 'ਚ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੁੱਦੇ ਨੂੰ, ਜੋ ਗੱਲ ਬਾਦਲ ਨੇ ਇਸ ਦੌਰਾਨ, ਕਿਉਂਕਿ ਉਹਨੂੰ ਪਤਾ ਸੀ ਕੈਪਟਨ ਅਮਰਿੰਦਰ ਇਸ 'ਚੋਂ ਸਭ ਤੋਂ ਜ਼ਿਆਦਾ ਐਡਵਾਂਟੇਜ ਕੱਢ ਰਿਹਾ ਜੀ, ਔਰ ਉਹਨੇ ਫਿਰ ਹਿਸਟਰੀ ਰਿਲੇ ਕੀਤੀ, ਕਿਉਂਕਿ ਇੱਕ ਚਾਰਜ ਬਾਦਲ ਤੇ ਲੱਗਦਾ, ਅਸੀਂ ਵੀ ਲਾਇਆ ਕਿ ਵੀ ਇਹਨੇ 2 ਕਰੋੜ ਰੁਪਈਆ ਦੇਵੀ ਲਾਲ ਤੋਂ ਲੈ ਕੇ ਔਰ ਗੁੜਗਾਵਾਂ 'ਚ ਸੁਖਬੀਰ ਬਾਦਲ ਨੂੰ ਹੋਟਲ ਦੀ ਥਾਂ ਦੇ ਕੇ ਸਤਲੁਜ ਯਮੁਨਾ ਲਿੰਕ ਨਹਿਰ ਦਾ ਕੀਤਾ ਸੀ। ਪਰ ਉਹਨੇ ਜਿਹੜਾ ਪੰਜਾਬ ਅਸੈਂਬਲੀ ਦੇ ਵਿੱਚ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵੱਲੋਂ 1 ਕਰੋੜ ਰੁਪਈਆ ਹਰਿਆਣੇ ਤੋਂ ਲੈਣ ਦਾ ਜਿਹੜਾ ਪ੍ਰਬੰਧਕੀ ਦੇਣ ਸੰਬੰਧੀ 1976 ਤੇ 1977 ਜਿਹੜੇ ਫੈਸਲੇ ਲਏ ਗਏ, ਉਹ ਸਰਕਾਰੀ ਰਿਕਾਰਡ ਵੀ ਸਦਨ ਤੇ ਰੱਖਿਆ। ਉਹਨੇ ਕਿਹਾ ਜੀ ਜੇ ਅਮਰਿੰਦਰ ਨੇ 2004 ਚ ਕੀਤਾ ਵੀ ਪਾਸ ਤੇ ਜਿਹੜੀਆਂ ਕਾਂਗਰਸ ਦੀਆਂ ਗਲਤੀਆਂ ਸੀ ਉਹਨੂੰ ਹੀ ਸੁਧਾਰਿਆ, ਅਦਰਵਾਈਜ਼ ਗਿਆਨੀ ਜ਼ੈਲ ਸਿੰਘ ਔਰ ਦਰਬਾਰ, ਉਹਨੇ ਕਿਹਾ ਜੀ ਜੇ ਕਾਂਗਰਸ ਇਹ ਪ੍ਰੂਵ ਕਰ ਦੇ ਕਿ ਉਹਨੇ ਗਦਾਰੀ ਨਹੀਂ ਕੀਤੀ ਹੋਈ ਪੰਜਾਬ ਦੇ ਤੇ ਮੈਂ ਅਸਤੀਫਾ ਦੇ ਦਿਆਂਗਾ, ਨਹੀਂ ਤਾਂ ਇਹ ਸਾਰੇ ਦੇ ਦੇਣ। ਸੋ ਜਿਹੜੀ ਇਸ ਵੇਲੇ ਸਟਰੋਂਗ ਵਿਕਟ ਬਣ ਰਹੀ ਸੀ ਉਸ ਨੂੰ ਤਾਂ ਉਹਨੇ ਅਨਡੂ ਕੀਤਾ, ਪਰ ਆਉਣ ਵਾਲੇ ਪੀਰੀਅਡ 'ਚ ਇਹ ਗੱਲ ਕਿੱਧਰ ਨੂੰ ਜਾਏਗੀ। ਉਹਨਾਂ ਨੇ ਇਹ ਕਿਹਾ ਬਾਦਲ ਨੇ ਕਿ ਜੀ ਜਿਹੜਾ ਇਹ ਉਹਨਾਂ ਨੇ ਐਲਾਨ ਕੀਤਾ ਇਹ ਫੈਸਲਾ ਪੂਰੀ ਕਾਨੂੰਨੀ ਰਾਏ ਪ੍ਰਾਪਤ ਕਰਨ ਤੋਂ ਬਾਅਦ ਲਿਆ ਗਿਆ ਤੇ ਜੇ ਬਿੱਲ ਬਣਾਉਣ 'ਚ ਦੇਰੀ ਵੀ ਹੋ ਗਈ ਤਾਂ ਵਿਸ਼ੇਸ਼ ਸਮਾਗਮ ਬੁਲਾਇਆ ਜਾ ਸਕਦਾ। ਔਰ ਉਹਨਾਂ ਨੇ ਕਿਹਾ ਜੀ ਵੀ ਇਹ ਅਸੀਂ ਜਿਹੜਾ ਲਾਅ ਹੈ ਉਹ ਉਹਦੇ ਮੁਤਾਬਕ ਜਿਹੜੀ ਐਕਵਾਇਰ ਕੀਤੀ ਸੀ ਜ਼ਮੀਨ, ਔਰ ਮੈਨੂੰ ਹੈਰਾਨੀ ਹੋਈ ਵੀ ਇਹ ਜਿਹੜੇ ਆਜ਼ਾਦ ਭਾਰਤ ਕਹਿੰਦੇ ਨੇ, ਇਹ ਜਿਹੜਾ ਕਾਨੂੰਨ ਜਿਹਦੇ ਥੱਲੇ ਇਹ ਜ਼ਮੀਨ ਐਕਵਾਇਰ ਕੀਤੀ ਗਈ ਸੀ ਇਹ 1800 ਪਤਾ ਨਹੀਂ ਮੈਂ ਸਨ ਲਿਖਿਆ ਨਹੀਂ ਹੈ, 1873 ਕੇ ਉਸ ਦਾ ਕੋਈ ਐਕਟ ਸੀ ਜਿਹਦੇ ਥੱਲੇ ਇਹ ਜ਼ਮੀਨ ਐਕਵਾਇਰ ਕੀਤੀ 1894 ਜੀ, ਕਿ ਇਹ 1894 ਦੇ ਐਕਟ ਦੇ ਤਹਿਤ ਇਹ ਜਿਹੜੀ ਹੈ ਜ਼ਮੀਨ ਕੌਣ ਨੇ ਕਿਹਾ ਜੀ ਜਿਹੜੇ ਕਿਸਾਨ ਨੇ, ਔਰ ਇਹ ਜ਼ਮੀਨ ਫਤਿਹਗੜ੍ਹ ਸਾਹਿਬ, ਰੋਪੜ ਤੇ ਫਲਾਣੇ, ਪਟਿਆਲਾ, ਰੋਪੜ, ਅਜੀਤ ਨਗਰ ਤੇ ਫਤਿਹਗੜ੍ਹ ਸਾਹਿਬ ਇਹਨਾਂ ਜ਼ਿਲ੍ਹਿਆਂ ਦੀ ਹੈ, ਉਹ ਅਸੀਂ ਕਿਸਾਨਾਂ ਨੂੰ ਵਾਪਸ ਦੇ ਦੇਵਾਂਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਨਾਲ ਹੀ ਬਾਦਲ ਨੇ ਫਿਰ ਕਿਹਾ ਕਿ ਜੀ ਦਰਿਆਈ ਪਾਣੀਆਂ ਦੇ ਮਾਲਕ ਹੋਣ ਦੇ ਬਾਵਜੂਦ ਅੱਜ ਪੰਜਾਬ ਦਾ ਕਿਸਾਨ 73% ਪਾਣੀ ਦੀਆਂ ਲੋੜਾਂ ਟਿਊਬਵੈਲਾਂ ਰਾਹੀਂ ਹਾਸਲ ਕਰਨ ਲਈ ਮਜਬੂਰ ਹੈ, ਜਿਸ ਕਾਰਨ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਨੂੰ ਜਾ ਰਿਹਾ ਹੈ। ਪੰਜਾਬ ਇੱਕ ਭਿਆਨਕ ਮੋੜ ਤੇ ਆ ਪੁੱਜੇ। ਇਸ ਬੇਇਨਸਾਫੀ ਨੂੰ ਹੋਰ ਬਰਦਾਸ਼ਤ ਕਰਨਾ ਪੰਜਾਬੀਆਂ ਦੇ ਮੌਤ ਵਾਰੰਟ ਦੇ ਬਰਾਬਰ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਪੰਜਾਬ ਨਾਲ ਬੇਇਨਸਾਫੀ ਵਾਲਾ ਕੋਈ ਫੈਸਲਾ ਰਾਜ ਨੂੰ ਮਨਜ਼ੂਰ ਨਹੀਂ ਹੋਏਗਾ ਅਤੇ ਰਾਈਪੇਰੀਅਨ ਕਾਨੂੰਨਾਂ ਦੀ ਉਲੰਘਣਾ ਕਰਕੇ SYL ਨਹਿਰ ਦੀ ਉਸਾਰੀ ਅਤੇ ਪੰਜਾਬੀਆਂ ਦਾ ਜਬਰਨ ਪਾਣੀ ਖੋਹਣ ਦੀ ਕੋਸ਼ਿਸ਼ ਕਦੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਇਸ ਲਈ ਖੂਨ ਦੀ ਅਖੀਰਲੀ ਬੂੰਦ ਤੱਕ ਬਹਾ ਦਿੱਤੀ ਜਾਏਗੀ। ਵਾਹ ਵਾਹ, ਬਾਦਲ ਹੁਣ ਪਾਣੀ ਬਹਾਉਣ ਦੀ ਥਾਂ ਖੂਨ ਬਹਾ ਰਿਹਾ। ਯਾਨੀ ਪਾਣੀ ਤਾਂ ਜਿਹੜਾ ਉਹ ਪੀ ਗਏ, ਕੋਈ ਰਾਜਸਥਾਨ ਨੂੰ ਪਿਆਤਾ, ਕੋਈ ਹਰਿਆਣੇ ਨੂੰ ਪਿਆਤਾ, ਨਾ ਬਾਦਲ ਰੱਖਿਆ ਹੋਇਆ ਲੇਕਿਨ ਲੁੱਟ ਕੇ ਜਿਹੜਾ ਉਧਰ ਦੇ ਦਿੱਤਾ। ਹੁਣ ਕਹਿੰਦਾ ਖੂਨ ਬਹਾਣਾ, ਭਾਈ ਉਹ ਤੇਰੇ ਖੂਨ ਨੂੰ ਕੀ ਕਰਨਾ। ਪਰ ਮੈਂ ਸਮਝਦਾ ਵੀ ਇਹਨੂੰ ਕਹਿੰਦੇ ਨੇ ਕਿ ਵੀ ਇਹ ਪੰਜਾਬੀ ਦਾ ਧੋਬੀ ਪਟੜਾ ਜੀ, ਔਰ ਤੁਸੀਂ ਅੰਗਰੇਜ਼ੀ ਚ ਕਹੋਗੇ ਮਾਸਟਰ ਸਟ੍ਰੋਕ ਜੀ, ਔਰ ਸਿਆਸੀ ਤੌਰ ਤੇ। ਔਰ ਇਹਨੂੰ ਅਸੀਂ ਵੀ ਗਲਤ ਨਹੀਂ ਕਹਿ ਸਕਦੇ, ਅਸੀਂ ਵੀ ਸਮਝਦੇ ਹਾਂ ਵੀ ਘੱਟੋ ਘੱਟ ਹੁਣ ਅੱਗੋਂ ਕੀ ਹੋਏਗਾ ਪਤਾ ਨਹੀਂ, ਪਰ ਟਿੰਡ ਚ ਕਾਨਾ ਪਾ ਦਿੱਤਾ ਵੀ ਉਹ ਤਾਂ ਅੱਗੋਂ ਅਮਰਿੰਦਰ ਨੇ ਵੀ ਟਿੰਡ ਚ ਕਾਨਾ ਹੀ ਪਾਇਆ ਸੀ, ਕਿਉਂਕਿ ਬੇਈਮਾਨਾਂ ਦੇ ਨਾਲ ਤੁਸੀਂ ਡੀਲ ਕਰ ਰਹੇ ਹੋ, ਕੋਈ ਹੋਰ ਰਸਤਾ ਲੱਭ ਲੈਣਗੇ। ਪਰ ਹਾਲ ਦੀ ਘੜੀ ਇੱਕ ਨਵੀਂ ਡਿਬੇਟ, ਉਹ ਕਹਿੰਦੇ ਜ਼ਮੀਨ ਹੀ ਨਹੀਂ ਹੈ ਸਾਡੇ ਕੋਲ, ਕਿਸਾਨਾਂ ਦੀ ਸੀ ਵਾਪਸ ਕਰਤੀ। ਹੁਣ ਸੈਂਟਰ ਕਿਵੇਂ ਇਹਨੂੰ ਰਿਐਕਟ ਕਰੇਗਾ, ਪਰ ਮੈਨੂੰ ਲੱਗਦਾ ਹੈ ਵੀ ਜਿਹੜਾ ਉਹਨੇ ਟਾਈਮ ਲੈ ਲਿਆ ਕਿ ਜੀ ਅਸੀਂ ਕਰਾਂਗੇ, ਸਲਾਹ ਦੇ ਨਾਲ ਹੀ ਹੋਏਗਾ। RSS ਨੂੰ ਵੀ ਲੱਗਦਾ ਹੋਣਾ ਕਿ ਵੀ ਇਹਨਾਂ ਨੂੰ ਕਾਨੂੰਨ ਹਾਲ ਦੀ ਘੜੀ ਇਹਨਾਂ ਨੂੰ ਹੋਰ ਸਵਾਦ ਹੀ ਆ, ਜੇ ਡਰੱਗਸ ਪੂਰੀਆਂ ਨਹੀਂ ਦਿੱਤੀਆਂ, ਥੋੜੇ ਜਾਗਦੇ ਨੇ, ਸੋ ਮੇ ਵੀ ਉਹ ਵੀ ਟਾਈਮ ਬਾਏ ਕਰਨਾ ਚਾਹੁੰਦੇ ਨੇ। ਸੋ ਇਹ ਮੈਂ ਸਮਝਦਾ ਹਾਂ ਵੀ ਮਾਸਟਰ ਸਟ੍ਰੋਕ, ਹੁਣ ਇਹ ਤਾਂ ਕਹਿ ਨਹੀਂ ਸਕਦੇ ਵੀ ਅੱਜ ਦਾ ਦਿਨ ਬਾਦਲਾਂ ਦੇ ਨਾਲ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨੂੰ ਕਹਿੰਦੇ ਨੇ ਕਿ ਵੀ ਐਸਾ ਉੱਲੂ ਬਣਾਉਣਾ ਕਿ ਵੀ ਹਰ ਵਾਰ ਕੁਛ ਨਾ ਕੁਛ ਐਸਾ ਪੱਤਾ ਖੇਡਦਾ ਵੀ ਉਹਦੇ ਚੋਂ ਬਾਕੀਆਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਰਿਐਕਟ ਕਰੇ। ਅਮਰਿੰਦਰ ਨੂੰ ਅੱਜ ਨੀਂਦ ਨਹੀਂ ਆਉਣੀ ਹੈ ਜੀ। ਡਾਕਟਰ ਸਾਹਿਬ ਬਿਲਕੁਲ, ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।